ਬੀਤੇ ਦਿਨੀ ਚਰਚਾ ਦੇ ਵਿੱਚ ਇੱਕ ਵਾਰ ਫਿਰ ਤੋਂ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਆਇਆ। ਇਸ ਮਾਮਲੇ ਦੇ ਵਿੱਚ ਬੇਅੰਤ ਕੌਰ ਨੂੰ ਡਿਪੋਰਟ ਅਤੇ ਲਵਪ੍ਰੀਤ ਨੂੰ ਇਨਸਾਫ ਦਿਵਾਉਣ ਦੇ ਲਈ ਬੀਤੇ ਸਾਲ ਧਰਨੇ ਪ੍ਰਦਰਸ਼ਨ ਕੀਤੇ ਗਏ। ਇਕੱਠੇ ਹੋ ਕੇ ਲੋਕਾਂ ਦੇ ਵੱਲੋਂ ਹਾਂ ਦਾ ਨਾਰਾ ਮਾਰਿਆ ਗਿਆ ਅਤੇ ਇੱਕ ਨਹੀਂ ਸਗੋਂ ਅਜਿਹੇ ਕਈ ਲਵਪ੍ਰੀਤ ਅਤੇ ਬੇਅੰਤ ਕੌਰ ਸਾਹਮਣੇ ਆ ਗਈਆਂ ਜਿਨ੍ਹਾਂ ਦੇ ਵੱਲੋਂ ਆਪਣੇ ਪਤੀਆਂ ਨੂੰ ਧੋਖਾ ਦਿੱਤਾ ਗਿਆ। ਕਈ ਅਜਿਹੇ ਮੁੰਡੇ ਸਾਹਮਣੇ ਆ ਗਏ ਜਿਨ੍ਹਾਂ ਦੀ ਪਤਨੀਆਂ ਨੇ ਉਹਨਾਂ ਨੂੰ ਧੋਖਾ ਦਿੱਤਾ। ਮੁੰਡੇ ਵੀ ਘੱਟ ਨਹੀਂ ਸੀ ਅਤੇ ਕੁੜੀਆਂ ਵੀ ਘੱਟ ਨਹੀਂ ਸੀ। ਕੁੜੀਆਂ ਦੇ ਵੱਲੋਂ ਇੱਥੋਂ ਪੈਸਾ ਲਿਆ ਜਾਂਦਾ ਹੈ ਤੇ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਸਰ ਕੀਤੀ ਜਾਂਦੀ ਹੈ। ਦੂਸਰੇ ਪਾਸੇ ਮੁੰਡੇ ਵੀ ਅਜਿਹਾ ਕਰਦੇ ਨੇ ਕਿ ਇੱਥੇ ਆਪਣੇ ਮਾਪਿਆਂ ਦੇ ਕੋਲ ਆਪਣੀ ਪਤਨੀ ਨੂੰ ਛੱਡ ਜਾਂਦੇ ਨੇ, ਬੱਚਿਆਂ ਨੂੰ ਛੱਡ ਜਾਂਦੇ ਨੇ ਤੇ ਬਾਹਰ ਜਾ ਕੇ ਮੁੜ ਤੋਂ ਵਿਆਹ ਕਰਵਾ ਲੈਂਦੇ ਨੇ। ਇਕੱਠੇ ਕੀਤੇ ਗਏ ਇਹਨਾਂ ਸਾਰੇ ਸਬੂਤਾਂ ਦੇ ਆਧਾਰ ਤੇ ਹੀ ਲੋਕਾਂ ਦੇ ਵੱਲੋਂ ਸੜਕਾਂ ਦਾ ਹਜੂਮ ਉਤਰਿਆ, ਧਰਨੇ ਪ੍ਰਦਰਸ਼ਨ ਹੋਏ, ਇਮੀਗ੍ਰੇਸ਼ਨ ਸੈਂਟਰਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਕਿ ਇਹਨਾਂ ਨੂੰ ਪੀੜਤਾਂ ਨੂੰ ਇਨਸਾਫ ਮਿਲ ਸਕੇ। ਇਕੱਠੇ ਕੀਤੇ ਗਏ ਅਤੇ ਮੰਤਰੀਆਂ ਤੱਕ ਇਹ ਸਾਰੇ ਮਾਮਲੇ ਪਹੁੰਚਦਾ ਕੀਤੇ ਗਏ। ਹੁਣ ਇਸ ਮਾਮਲੇ ਦੇ ਵਿੱਚ ਉਸ ਸਮੇਂ ਹੱਦ ਹੋ ਗਈ ਸੀ ਜਦੋਂ ਲਵਪ੍ਰੀਤ ਮਾਮਲੇ ਦੇ ਵਿੱਚ ਉਸ ਦੀ ਪਤਨੀ ਬੇਅੰਤ ਕੌਰ ਦੀ ਇੱਕ ਫੋਟੋ ਕੈਨੇਡਾ ਤੋਂ ਇੱਕ ਤਾਜ਼ਾ ਤਸਵੀਰ ਸਾਹਮਣੇ ਆਈ ਇੱਕ ਮੁੰਡੇ ਦੇ ਨਾਲ। ਉਸ ਗੱਲ ਦਾ ਜਵਾਬ ਨਹੀਂ ਮਿਲ ਪਾਇਆ ਸੀ, ਪਰ ਇਨਸਾਫ ਅਤੇ ਇਸ ਮਾਮਲੇ ਦੇ ਵਿੱਚ ਬੀਤੇ ਸਮਿਆਂ ਦੀ ਗੱਲ ਬਣ ਕੇ ਰਹਿ ਚੁੱਕਿਆ ਇਹ ਸਾਰਾ ਮਾਮਲਾ ਹੁਣ ਇੱਕ ਇਨਸਾਫ ਦੀ ਕਿਰਨ ਇੱਕ ਵਾਰੀ ਫਿਰ ਤੋਂ ਲੈ ਕੇ ਆਇਆ। ਕੱਲ ਕੈਨੇਡਾ ਤੋਂ ਪੰਜਾਬ ਦੇ ਲਈ ਲਿਖਿਆ ਗਿਆ ਇੱਕ ਪੱਤਰ ਜਿਹੜਾ ਕਿ ਮਨੀਸ਼ਾ ਗੁਲਾਟੀ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤਾ ਗਿਆ, ਉਹ ਵੀ ਸਾਹਮਣੇ ਆ ਚੁੱਕਿਆ। ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਸਕਦੇ ਹਾਂ ਉਹ ਪੱਤਰ ਜਿਹੜਾ ਕਿ ਸਾਂਝਾ ਕੀਤਾ ਗਿਆ। ਹਾਲਾਂਕਿ ਬੀਤੇ ਦਿਨ ਇਹ ਪੱਤਰ ਚਰਚਾ ਦੇ ਵਿੱਚ ਸੀ, ਸਿਰਫ ਮੂੰਹ ਜ਼ਬਾਨੀ ਚਰਚਾ ਦੇ ਵਿੱਚ ਸੀ, ਪਰ ਇਸ ਪੱਤਰ ਦੀ ਬਣਾਵਟ ਜਿਹੜੀ ਹੈ ਇਹਦੇ ਵਿੱਚ ਕੀ ਕੁਝ ਲਿਖਿਆ ਹੋਇਆ ਉਹ ਅੱਜ ਸਾਹਮਣੇ ਆਇਆ। ਬੀਤੇ ਕੱਲ ਤੱਕ ਇਸ ਪੱਤਰ ਦਾ ਜ਼ਿਕਰ ਸੀ, ਪਰ ਅੱਜ ਇਹ ਤੁਹਾਡੇ ਸਾਹਮਣੇ ਹੈ। ਤੁਸੀਂ ਪੜ੍ਹ ਸਕਦੇ ਹੋ, ਇਸ ਨੂੰ ਦੇਖ ਸਕਦੇ ਹੋ ਕਿ ਕੀ ਕੁਝ ਲਿਖਿਆ ਗਿਆ। ਇਸ ਪੱਤਰ ਦੇ ਵਿੱਚ ਖਾਸ ਤੌਰ ਤੇ ਹੀ ਲਿਖਿਆ ਗਿਆ ਕਿ ਧੋਖੇਬਾਜ਼ ਅਤੇ ਨਿਯਮ ਤੋੜਨ ਵਾਲਿਆਂ ਦੇ ਪ੍ਰਤੀ ਸਰਕਾਰ ਸਖਤੀ ਦੇ ਨਾਲ ਕੰਮ ਕਰੇਗੀ ਅਤੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ, ਭਾਵੇਂ ਉਹ ਪਰਮਾਨੈਂਟ ਰੈਜ਼ੀਡੈਂਸੀ ਕਿਉਂ ਨਾ ਹੋਵੇ ਜਾਂ ਫਿਰ ਟੈਂਪਰੇਰੀ ਹੋਵੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਪੱਤਰ ਦੇ ਵਿੱਚ ਹੋਰ ਕੀ ਕੁਝ ਖਾਸ ਗੱਲਾਂ ਲਿਖੀਆਂ ਨੇ। ਬਾਕੀ ਤੁਸੀਂ ਖੁਦ ਵੀ ਇਸ ਨੂੰ ਆਪਣੀ ਜਾਣਕਾਰੀ ਦੇ ਲਈ ਪੜ੍ਹ ਸਕਦੇ ਹੋ। ਇਸ ਚਿੱਠੀ ਦੇ ਵਿੱਚ ਲਿਖਿਆ ਗਿਆ, ਇਸ ਚਿੱਠੀ ਦਾ ਜਵਾਬ ਦੇਣ ਦੇ ਵਿੱਚ ਦੇਰੀ ਹੋ ਗਈ, ਇਸ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਹੁਣ ਸਾਡੀ ਕੈਨੇਡਾ ਸੀਮਾ ਏਜੰਸੀ ਇਸ ਮਾਮਲੇ ਦੀ ਪੜਤਾਲ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਤੋਂ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਧੋਖਾ ਸਵੀਕਾਰ ਨਹੀਂ ਕੀਤਾ ਜਾਵੇਗਾ। ਹੁਣ ਇਹੋ ਜਿਹੇ ਲੋਕਾਂ ਨੂੰ ਬੈਨ ਕੀਤਾ ਜਾਵੇਗਾ। ਹੁਣ ਅਸੀਂ ਇਸ ਨੂੰ ਬਹੁਤ ਹੀ ਬਰੀਕੀ ਦੇ ਨਾਲ ਦੇਖਾਂਗੇ। ਸਾਡਾ ਮੰਤਰਾਲਾ ਇਸ ਤੇ ਹੁਣ ਤੇਜ਼ੀ ਦੇ ਨਾਲ ਕੰਮ ਕਰੇਗਾ। ਦੱਸ ਦੇ ਕਿ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਦੇ ਧੋਖੇ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ, ਜਿਸ ਤੋਂ ਬਾਅਦ ਮਨੀਸ਼ਾ ਗੁਲਾਟੀ ਦੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਚਿੱਠੀ ਲਿਖੀ ਗਈ ਸੀ, ਕਿਉਂਕਿ ਇਹ ਇੱਕ ਸਿਰਫ ਮਾਮਲਾ ਨਹੀਂ ਸੀ ਜਿਹੜਾ ਸਾਹਮਣੇ ਆਇਆ ਹੋਵੇ, ਸਗੋਂ ਪੰਜਾਬ ਦੇ ਵਿੱਚ ਅਜਿਹੇ ਕਿੰਨੇ ਹੀ ਲੋਕ ਸਾਹਮਣੇ ਆਏ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਇਸੇ ਤਰ੍ਹਾਂ ਦੇ ਧੋਖੇ ਦਾ ਸ਼ਿਕਾਰ ਹੋਏ ਨੇ। ਇਸ ਮਾਮਲੇ ਦੇ ਵਿੱਚ ਲੋਕਾਂ ਦੇ ਕਮੈਂਟ ਦੇਖਣ ਨੂੰ ਮਿਲੇ। ਕਈਆਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਇੱਕ ਚਿੱਠੀ ਆਉਣ ਦੇ ਨਾਲ ਇਨਸਾਫ ਨਹੀਂ ਮਿਲਣਾ। ਕੁਝ ਵਿਅਕਤੀਆਂ ਦਾ ਇਹ ਕਹਿਣਾ ਸੀ ਕਿ ਇਹ ਇੱਕ ਵਧੀਆ ਕੋਸ਼ਿਸ਼ ਜਾਪ ਰਹੀ ਹੈ, ਪਰ ਕੁਝ ਦਾ ਇਹ ਕਹਿਣਾ ਸੀ ਕਿ ਲਵਪ੍ਰੀਤ ਦੇ ਮਾਮਲੇ ਦਾ ਕੀ ਬਣਿਆ। ਹੁਣ ਤੱਕ ਇਹ ਸਾਰੇ ਸਵਾਲ ਜਿਉਂ ਦੇ ਤਿਉਂ ਬਣੇ ਹੋਏ ਨੇ, ਪਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਨਸਾਫ ਮਿਲ ਕੇ ਰਹੇਗਾ। ਤੁਸੀਂ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਜਿਹੇ ਕਈ ਮਾਮਲੇ ਮਨੀਸ਼ਾ ਗੁਲਾਟੀ ਦੇ ਵੱਲੋਂ ਵੱਧ ਚੜ੍ਹ ਕੇ ਚੁੱਕੇ ਗਏ ਸੀ, ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਨਾ ਸਿਰਫ ਭਾਰਤ ਦੇ ਵਿੱਚ ਸਗੋਂ ਪੰਜਾਬ ਦੇ ਵਿੱਚ ਵੀ ਕੁੜੀਆਂ ਮੁੰਡਿਆਂ ਦੇ ਵੱਲੋਂ ਇੱਕ ਦੂਸਰੇ ਨੂੰ ਧੋਖਾ ਦੇ ਕੇ ਪਰਿਵਾਰਾਂ ਦੇ ਪੈਸੇ ਠੱਗ ਕੇ ਵਿਦੇਸ਼ ਦੇ ਵਿੱਚ ਪਹੁੰਚਿਆ ਜਾ ਰਿਹਾ ਹੈ। ਇਸ ਗੱਲ ਦਾ ਪਤਾ ਜਦੋਂ ਬਾਹਰਲੇ ਦੇਸ਼ ਦੇ ਵਿੱਚ ਬੈਠੀ ਸਰਕਾਰ ਨੂੰ ਦੱਸਿਆ ਗਿਆ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਅਸੀਂ ਕਿਸੇ ਵੀ ਅਜਿਹੇ ਵਿਅਕਤੀ ਨੂੰ ਆਪਣੇ ਦੇਸ਼ ਦੇ ਵਿੱਚ ਰਹਿਣ ਦੀ ਆਗਿਆ ਕਦੇ ਵੀ ਨਹੀਂ ਦੇਵਾਂਗੇ ਜਿਹੜੇ ਕਿ ਅਜਿਹੇ ਕਿਸੇ ਵੀ ਕ੍ਰਿਮੀਨਲ ਆਫੈਂਸ ਦੇ ਵਿੱਚ ਫਸੇ ਹੋਣ। ਇਸ ਸਾਰੇ ਪੱਤਰ ਦਾ ਦੇਰੀ ਦੇ ਨਾਲ ਜਵਾਬ ਦੇਣ ਸੰਬੰਧੀ ਉੱਥੋਂ ਦੀ ਸਰਕਾਰ ਦੇ ਵੱਲੋਂ ਮਾਫੀ ਮੰਗਦੇ ਹੋਏ ਲਿਖਿਆ ਗਿਆ ਕਿ ਅਸੀਂ ਇਸ ਗੱਲ ਤੋਂ ਜਾਣੂ ਹੋਣ ਲਈ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਅਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਭਰੋਸਾ ਦਿੱਤਾ ਗਿਆ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਵੀ ਅਜਿਹੇ ਲੋਕਾਂ ਨੂੰ ਨਹੀਂ ਰਹਿਣ ਦੇਵਾਂਗੇ ਜਿਹੜੇ ਕਿਸੇ ਦੇ ਨਾਲ ਧੋਖਾ ਕਰਕੇ ਇੱਥੇ ਵਸਣ ਦੀ ਕੋਸ਼ਿਸ਼ ਕਰਦੇ ਨੇ, ਭਾਵੇਂ ਉਹ ਪਰਮਾਨੈਂਟ ਰੈਜ਼ੀਡੈਂਸ ਹੋਣ ਜਾਂ ਫਿਰ ਉਹ ਇੱਥੇ ਆ ਕੇ ਵਸਣ ਦੀ ਕੋਸ਼ਿਸ਼ ਕਰ ਰਹੇ ਹੋਣ। ਹੋਰ ਖਾਸ ਗੱਲ ਜਿਸ ਦਾ ਜ਼ਿਕਰ ਬੀਤੇ ਸਮਿਆਂ ਦੇ ਵਿੱਚ ਬੇਅੰਤ ਕੌਰ ਦੀ ਐਪਲੀਕੇਸ਼ਨ ਨੂੰ ਲੈ ਕੇ ਲੱਗਦਾ ਰਿਹਾ। ਵਿਦੇਸ਼ ਦੇ ਨਾਲ ਸੰਬੰਧਿਤ ਉਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ, ਇਨਸਾਫ ਦਿਵਾਉਣ ਦੇ ਲਈ ਜੱਦੋਜਹਿਦ ਕਰ ਰਹੇ ਲਵਪ੍ਰੀਤ ਦੇ ਵਕੀਲ ਦੇ ਵੱਲੋਂ ਇਹ ਸਾਫ਼ ਤੌਰ ਤੇ ਦੱਸਿਆ ਗਿਆ ਸੀ
ਕਿ ਬੇਅੰਤ ਕੌਰ ਦੇ ਵੱਲੋਂ ਇਸ ਸਾਰੇ ਕੇਸ ਦੇ ਵਿੱਚ ਮਿਸ ਰਿਪਰੈਜ਼ੈਂਟਿੰਗ ਕੀਤੀ ਹੋਈ ਹੈ, ਯਾਨੀ ਕਿ ਜਿਹੜੇ ਫੰਡਸ ਉਸ ਦੇ ਵੱਲੋਂ ਦਿਖਾਏ ਗਏ ਸਨ ਉਹ ਲਵਪ੍ਰੀਤ ਦੇ ਪਿਤਾ ਦੇ ਨਾਮ ਤੇ ਸੀ, ਨਾ ਕਿ ਉਸ ਦੇ ਪਿਤਾ ਦੇ ਨਾਮ ਤੇ, ਜਦੋਂ ਕਿ ਕੁਝ ਅਜਿਹੀ ਗਲਤ ਜਾਣਕਾਰੀ ਉਹਨਾਂ ਕਾਗਜ਼ ਪੱਤਰਾਂ ਦੇ ਵਿੱਚ ਦਿੱਤੀ ਹੋਈ ਸੀ ਜਿਸ ਨੂੰ ਲੈ ਕੇ ਉਹ ਸ਼ੱਕ ਦੇ ਘੇਰੇ ਦੇ ਵਿੱਚ ਜ਼ਰੂਰ ਆਵੇਗੀ। ਤੇ ਇੱਥੇ ਵੀ ਇਹੀ ਦਰਸਾਇਆ ਜਾ ਰਿਹਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਵੇਗੀ। ਜੇਕਰ ਕੋਈ ਫੇਕ ਤਰੀਕੇ ਦੇ ਨਾਲ ਕਿਸੇ ਵੀ ਗਲਤ ਢੰਗ ਦੇ ਨਾਲ ਵਿਦੇਸ਼ ਦੇ ਵਿੱਚ ਰਹਿ ਰਿਹਾ ਹੈ, ਭਾਵੇਂ ਉਹ ਪਰਮਾਨੈਂਟ ਰੈਜ਼ੀਡੈਂਸ ਹੋਵੇ ਜਾਂ ਫਿਰ ਟੈਂਪਰੇਰੀ ਹੀ ਕਿਉਂ ਨਾ ਹੋਵੇ, ਉਹਨਾਂ ਸਾਰਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕਿ ਕਿਤੇ ਉਹ ਗਲਤ ਤਰੀਕੇ ਦੇ ਨਾਲ ਜਾਂ ਫਿਰ ਗਲਤ ਜਾਣਕਾਰੀ ਦੇਣ ਤੋਂ ਬਾਅਦ ਤਾਂ ਉੱਥੇ ਨਹੀਂ ਰਹਿ ਰਹੇ। ਇਹ ਵੀ ਕਿਹਾ ਗਿਆ ਕਿ CBSE ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਨੂੰ ਇੱਥੋਂ ਕੱਢ ਦਿੱਤਾ ਜਾਵੇਗਾ। ਇਹ ਵੀ ਕਿਹਾ ਗਿਆ ਕਿ CBSE ਦੇ ਵੱਲੋਂ ਇਹ ਪੂਰੀ ਤਰ੍ਹਾਂ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਵਿਅਕਤੀ ਪਾਇਆ ਗਿਆ ਜੋ ਕਿ ਅਯੋਗ ਸਾਬਿਤ ਹੁੰਦਾ ਹੈ, ਉਸ ਨੂੰ ਇੱਥੋਂ ਬਾਹਰ ਕੱਢ ਦਿੱਤਾ ਜਾਵੇਗਾ। ਦੱਸ ਦਈਏ ਕਿ ਕੁਝ ਲੋਕਾਂ ਦੇ ਵੱਲੋਂ ਅਜਿਹੇ ਵੀ ਕਮੈਂਟ ਸਾਹਮਣੇ ਆਏ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਮਹਿਜ਼ ਇੱਕ ਪੱਤਰ ਹੈ ਜਿਹੜਾ ਕਿ ਮਿਨਿਸਟਰ ਆਫ ਪਬਲਿਕ ਸੇਫਟੀ ਦੇ ਵੱਲੋਂ ਆਇਆ ਹੈ, ਪਰ ਜੇਕਰ ਤੁਸੀਂ ਇਸ ਪੱਤਰ ਨੂੰ ਅੰਤ ਦੇ ਵਿੱਚੋਂ ਧਿਆਨ ਨਾਲ ਪੜ੍ਹੋ ਤਾਂ ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹੀ ਪੱਤਰ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਨੂੰ ਵੀ ਭੇਜ ਦਿੱਤਾ ਗਿਆ, ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਵੀ ਭੇਜ ਦਿੱਤਾ ਗਿਆ ਹੈ। ਇਹ ਉਹੀ ਪੱਤਰ ਹੈ ਜਿਹੜਾ ਕਿ ਮਨੀਸ਼ਾ ਗੁਲਾਟੀ ਦੇ ਵੱਲੋਂ ਆਪਣੇ ਸੋਸ਼ਲ ਮਾਧਿਅਮ ਦੇ ਰਾਹੀਂ ਸਾਂਝਾ ਕੀਤਾ ਗਿਆ। ਅਤੇ ਅੰਤ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਦੇ ਵਿੱਚ ਇੱਕ ਵਾਰੀ ਫਿਰ ਤੋਂ ਇਹ ਹੈ ਕਿ ਸਾਡੇ ਪੁੱਤ ਨੂੰ ਇਨਸਾਫ ਮਿਲੇਗਾ। ਤੁਹਾਨੂੰ ਯਾਦ ਹੋਣਾ ਉਹ ਸਮਾਂ ਜਦੋਂ ਬੀਤੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਇਹ ਸਾਰਾ ਕੇਸ ਆਇਆ ਸੀ। ਇੱਕ ਵਾਰੀ ਫਿਰ ਹੁਣ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੇ ਵਿੱਚ ਬੇਅੰਤ ਕੌਰ ਨੂੰ ਡਿਪੋਰਟ ਹੋਣ ਦੇ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਕਰਵਾਉਣ ਦੇ ਲਈ ਅਤੇ ਕਿਹਾ ਗਿਆ ਕਿ ਇਸ ਤਰ੍ਹਾਂ ਕਰਨ ਦੇ ਨਾਲ ਲਵਪ੍ਰੀਤ ਨੂੰ ਇਨਸਾਫ ਜ਼ਰੂਰ ਮਿਲੇਗਾ। ਲਵਪ੍ਰੀਤ ਅਤੇ ਬੇਅੰਤ ਕੌਰ ਕੇਸ ਦੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਲਿਖੀ ਚਿੱਠੀ ਦਾ ਜਵਾਬ ਬੀਤੇ ਦਿਨ ਹੀ ਆਇਆ ਸੀ ਤੇ ਉਸ ਚਿੱਠੀ ਨੂੰ ਵੀ ਅੱਜ ਤੁਹਾਡੇ ਸਾਹਮਣੇ ਰੱਖ ਦਿੱਤਾ ਗਿਆ, ਫੇਸਬੁੱਕ ਤੇ ਪੋਸਟ ਕੀਤਾ ਗਿਆ। ਇਹ ਇੱਕ ਬੇहद ਅਹਿਮ ਜਾਣਕਾਰੀ ਹੈ ਜਿਹੜੇ ਕਿ ਪੰਜਾਬ ਦੇ ਲੋਕਾਂ, ਪੰਜਾਬ ਦੇ ਵਾਸੀਆਂ ਸਮੇਤ ਹਰ ਇੱਕ ਉਸ ਨਾਗਰਿਕ ਦੇ ਲਈ ਜ਼ਰੂਰੀ ਹੈ ਜੋ ਕਿ ਵਿਦੇਸ਼ ਦੇ ਵਿੱਚ ਜਾ ਕੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਨੇ। ਹੁਣ ਤੁਸੀਂ ਦੇਖੋਗੇ ਕਿ ਇਸ ਪੱਤਰ ਦੇ ਰਾਹੀਂ ਭਾਰਤ ਦੇ ਵਿੱਚ ਬੈਠੇ ਲੋਕਾਂ ਤੇ ਕੀ ਕੁਝ ਅਸਰ ਪੈ ਰਿਹਾ ਹੈ, ਕਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਲੋਕ ਬਾਹਰ ਜਾਣਗੇ ਤਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਪਵੇਗਾ।